ਪੰਜਾਬ ਦੇ ਵਿੱਚ ਕਦੇ ਇਤਿਹਾਸ ਖਤਰੇ ਦੇ ਵਿੱਚ ਰਹਿੰਦਾ ਹੈ ਤੇ ਕਦੇ ਇਤਿਹਾਸ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਦੇ ਵਿੱਚ ਆ ਜਾਂਦਾ ਹੈ। सत श्री अकाल जी दा खालस टीवी देखने वाले देश दुनिया के साडे सारे दर्शकों का बहुत बहुत स्वागत है। प्राइम टाइम दे नाल मैं हरशरण कौर। पंजाब दी धरती वो धरती है जिथे गुरुआं पीरां अते महापुरुषां ने जन्म लिया अते इत्थे बहुत वड्डा इतिहास रचिया गया है। ਅੱਜ ਦੀ ਤਰੀਕ ਦੇ ਵਿੱਚ ਵੀ ਦੇਖ ਲਈਏ ਤਾਂ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਕੋਈ ਨਾ ਕੋਈ ਇਤਿਹਾਸ ਲਿਖਿਆ ਹੀ ਜਾਂਦਾ ਰਿਹਾ ਤੇ ਅੱਜ ਅਸੀਂ ਜਿਹੜੇ ਇਤਿਹਾਸ ਦੀ ਗੱਲ ਕਰਨ ਲੱਗੇ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਵਿਦਿਆਰਥੀਆਂ ਦੇ ਇਤਿਹਾਸ ਵਿਸ਼ੇ ਦੇ ਨਾਲ ਜੁੜਿਆ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਾਰੀ-ਵਾਰੀ ਵਿਵਾਦਾਂ ਦੇ ਵਿੱਚ ਘਿਰਨ ਤੋਂ ਬਾਅਦ ਇਤਿਹਾਸ ਵਿਸ਼ੇ ਨੂੰ ਪੜ੍ਹਾਉਣ ਤੋਂ ਹੁਣ ਬੋਰਡ ਨੇ ਆਪਣੇ ਹੱਥ ਹੀ ਖੜੇ ਕਰ ਦਿੱਤੇ ਨੇ। बोर्ड दे वल्लों इस बारी इतिहास दीयां किताबां ही नहीं छापियां जा रहीआं। उंज भी स्कूलां दे विच नवीआं क्लासां शुरू होइआं नूं 1 महीने तो भी वध दा समां हो गया है, पर हाले तक विद्यार्थियों नूं पुस्तकां पढ़न लई मिल ही नहीं रहीआं। कई थाई तां विद्यार्थियों नूं वर्दियां नहीं मिलियां, किताबां नहीं मिलियां। विद्यार्थी भी स्कूल आउंदे ने, अध्यापक भी स्कूल आउंदे ने, पर पढ़े ते पढ़ाए बिना ही मुड़ जांदे ने। पंजाब स्कूल सिक्ख्या बोर्ड नूं किताबां छापण दी जिम्मेदारी दित्ती गई है, पर पुस्तकां हाले तक अध पचद ही छपियां ने। पंजाब दे विच 1 करोड़ 36 लख किताबां दी लोड़ है, पर हाले तक बच्चिआं नूं 50% किताबां ही पहुंचियां ने। किताबां तैयार करन समेत नतीजा तैयार करन नूं लैके स्कूल बोर्ड दी स्थिति तरसयोग बन के रह गई है। ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਇਹ ਕਹਿਣਾ ਕੋਈ ਗਲਤ ਨਹੀਂ ਹੈ। ਸਰਕਾਰ ਨੇ 15 ਮਈ ਤੋਂ ਸਕੂਲਾਂ ਦੀਆਂ ਛੁੱਟੀਆਂ ਕਰਕੇ ਆਨਲਾਈਨ ਕਲਾਸਾਂ ਦੇ ਹੁਕਮ ਵੀ ਚਾੜ ਦਿੱਤੇ ਨੇ ਅਤੇ ਡੈਮੋਕ੍ਰੈਟਿਕ ਟੀਚਰਸ ਫਰੰਟ ਨੇ ਇਹਨਾਂ ਵਧਾਈਆਂ ਗਈਆਂ ਛੁੱਟੀਆਂ ਦਾ ਵਿਰੋਧ ਵੀ ਕੀਤਾ ਹੈ ਕਿ ਬੱਚਿਆਂ ਦਾ ਬੌਧਿਕ ਵਿਕਾਸ ਬਿਲਕੁਲ ਹੀ ਖਤਮ ਕੀਤਾ ਜਾ ਰਿਹਾ ਹੈ। ਕਰੋਨਾ ਵੇਲੇ 2-2 ਸਾਲ ਸਕੂਲ ਬੰਦ ਰਹੇ ਨੇ, ਆਨਲਾਈਨ ਪੜ੍ਹਾਈ ਕਰ ਕਰਕੇ ਬੱਚਿਆਂ ਦਾ ਬੌਧਿਕ ਵਿਕਾਸ ਹੈ ਜਿਹੜਾ ਉਸ ਤਰੀਕੇ ਨਾਲ ਨਹੀਂ ਹੋਇਆ ਜੋ ਕਲਾਸਰੂਮਸ ਦੇ ਵਿੱਚ ਆ ਕੇ ਹੁੰਦਾ ਹੈ। ਤੇ ਛੁੱਟੀਆਂ ਦੇ ਇਸ ਸਮੇਂ ਦੌਰਾਨ यानी कि 15 मई तो 30 जून तक छुट्टियां ने ते 15 मई तो 1 जून तक ਜਿਹੜੀਆਂ 15 ਛੁੱਟੀਆਂ ਵਾਧੂ ਕੀਤੀਆਂ ਗਈਆਂ ਨੇ। ਇਸ ਦਰਮਿਆਨ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਅਧਿਆਪਕ ਨੇ ਜਿਹੜੇ ਉਹ ਆਨਲਾਈਨ ਪੜਾਉਣਗੇ ਤੇ ਬੱਚਿਆਂ ਨੂੰ ਘਰ ਰਹਿ ਕੇ ਪੜ੍ਹਨਾ ਪਊਗਾ, ਪਰ ਪੁਸਤਕਾਂ ਨਾ ਹੋਣ ਤੇ ਪੜ੍ਹਾਈ ਕਿਵੇਂ ਅੱਗੇ ਤੁਰੂਗੀ ਇਸ ਨੂੰ ਲੈ ਕੇ ਅਧਿਆਪਕ ਤੇ ਬੱਚੇ ਦੋਵੇਂ ਪਰੇਸ਼ਾਨ ਨੇ। ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇਤਿਹਾਸ ਬਚਾਓ ਸਿੱਖੀ ਬਚਾਓ ਮੋਰਚੇ ਦੇ ਦਬਾਅ ਹੇਠ ਆ ਕੇ ਬੱਜਰ ਗਲਤੀਆਂ ਹੋਣ ਕਰਕੇ ਬੋਰਡ ਦੀਆਂ 3 ਕਿਤਾਬਾਂ ਨੂੰ ਬੈਨ ਕਰ ਦਿੱਤਾ ਸੀ। ਇਹ ਤਿੰਨੇ ਕਿਤਾਬਾਂ 12ਵੀਂ ਜਮਾਤ ਦੇ ਇਤਿਹਾਸ ਵਿਸ਼ੇ ਨਾਲ ਜੁੜੀਆਂ ਹੋਈਆਂ ਨੇ ਤੇ ਇਸ ਸਭ ਦਾ ਸਿਲਾ ਬੋਰਡ ਦੇ ਮੁੱਖ ਦਫ਼ਤਰ ਦੇ ਮੂਹਰੇ ਮੋਹਾਲੀ ਦੇ ਵਿੱਚ ਮੋਰਚਾ ਲਾ ਕੇ ਬੈਠੇ ਬਲਦੇਵ ਸਿੰਘ ਸਿਰਸਾ ਸਮੇਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜਾਂਦਾ ਹੈ। ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖ ਇਤਿਹਾਸ ਦੇ ਬਾਰੇ ਇਹਨਾਂ ਕਿਤਾਬਾਂ ਦੇ ਵਿੱਚ ਇੰਨਾ ਕੁ ਗਲਤ ਲਿਖਿਆ ਗਿਆ ਜਿਸ ਦਾ ਜ਼ਿਕਰ ਵੀ ਅਸੀਂ ਨਹੀਂ ਕਰ ਸਕਦੇ। ਇਤਿਹਾਸ ਵਿਸ਼ੇ ਦੀਆਂ ਕਿਤਾਬਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਵਾਦਾਂ ਦੇ ਵਿੱਚ ਨੇ। ਕਿਸਾਨ ਲੀਡਰਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਪ੍ਰਾਈਵੇਟ ਪ੍ਰਕਾਸ਼ਕਾਂ ਦੇ ਵੱਲੋਂ ਛਾਪੀਆਂ ਕਿਤਾਬਾਂ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਹੈ। ਲੇਖਕਾਂ ਦੇ ਖਿਲਾਫ ਪਰਚਾ ਦਰਜ ਕਰਨ ਲਈ ਕਹਿ ਦਿੱਤਾ ਗਿਆ, ਹਾਲਾਂਕਿ ਪਰਚਾ ਦਰਜ ਨਹੀਂ ਕੀਤਾ ਗਿਆ ਤੇ ਬਲਦੇਵ ਸਿੰਘ ਸਿਰਸਾ ਵੀ ਸਟੈਂਡ ਲੈ ਕੇ ਬੈਠੇ ਨੇ ਕਿ ਜਿੰਨਾ ਚਿਰ ਇਹ ਸਾਰੇ ਜਿਹੜੇ ਦੋਸ਼ੀ ਨੇ ਇਹਨਾਂ ਖਿਲਾਫ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਚਿਰ ਉਹ ਇਸ ਮੋਰਚੇ ਤੋਂ ਉੱਠਣ ਵਾਲੇ ਨਹੀਂ ਹਨ। ਹਾਲਾਂਕਿ ਇਸ ਮੋਰਚੇ ਦਾ ਪਹਿਲਾ ਪੜਾਅ ਜਿਹੜਾ ਉਹ ਉਹਨਾਂ ਨੇ ਜ਼ਰੂਰ ਜਿੱਤ ਲਿਆ ਤੇ ਹੁਣ ਬੋਰਡ ਨੇ ਉਹੀ ਕਿਤਾਬਾਂ ਜਿਹੜੀਆਂ ਵਿਵਾਦਾਂ ਦੇ ਵਿੱਚ ਘਿਰ ਗਈਆਂ ਨੇ ਉਹਨਾਂ ਨੂੰ ਮੁੜ ਤੋਂ ਛਾਪਣ ਦੇ ਵਿੱਚ ਅਸਮਰੱਥਾ ਪ੍ਰਗਟ ਕਰ ਦਿੱਤੀ ਹੈ, ਯਾਨੀ ਕਿ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿ ਅਸੀਂ 11ਵੀਂ ਤੇ 12ਵੀਂ ਦੀਆਂ ਇਹ ਵਿਵਾਦਿਤ ਜਿਹੜੀਆਂ ਕਿਤਾਬਾਂ ਸੀਗੀਆਂ ਇਹਨਾਂ ਨੂੰ ਨਵੇਂ ਸਿਰਿਓਂ ਨਹੀਂ ਛਾਪ ਸਕਦੇ। ਵਿਦਿਆਰਥੀਆਂ ਨੂੰ ਹੁਣ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਕੁੰਜੀਆਂ ਦੇ ਨਾਲ ਹੀ ਆਪਣਾ ਸਮਾਂ ਲੰਘਾਉਣਾ ਪਵੇਗਾ। ਜਿਹੜੇ ਫਿਲਾਸਫਰ ਸਨ, ਹਿਸਟੋਰੀਅਨ ਸਨ, ਉਹਨਾਂ ਦੇ ਹਵਾਲੇ ਦੇ ਦਿੱਤੇ ਕਿ ਫਲਾਣੇ ਆਹ ਲਿਖਿਆ, ਫਲਾਣੇ ਆਹ ਲਿਖਿਆ। ਠੀਕ ਹੈ, ਤੂੰ ਲਿਖਤਾ, ਪਰ ਇੱਕ ਗੱਲ ਦੱਸ ਕਿ ਜਿਹੜੀ ਗੁਰਬਾਣੀ ਆ ਉਹ ਤੁਸੀਂ ਗਲਤ ਕਿਉਂ ਲਿਖੀ? ਇਹ ਗੱਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਮੰਨ ਲਈ ਕਿ ਇਹ ਜਿਹੜੀਆਂ ਕਿਤਾਬਾਂ ਨੇ ਹੁਣ ਤੱਕ ਜਿਹੜੀਆਂ 25 ਸਾਲ ਤੋਂ ਪੜ੍ਹਾਈਆਂ ਜਾ ਰਹੀਆਂ ਨੇ ਇਹ ਗਲਤ ਨੇ। ਇਹ ਗੱਲ ਤਾਂ ਉਹਨਾਂ ਨੇ ਮੰਨ ਲਈ ਨਾ, ਤੇ ਤਾਂ ਹੀ ਉਹਨਾਂ ਦੇ ਬੈਨ ਲੱਗਿਆ। ਪਰ ਹੁਣ ਪੜ੍ਹਾਉਣੀ ਕੀ ਹੈਗੇ ਇਹ ਵੀ ਉਹਦਾ ਵੀ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ ਨਾ। ਯਾਨੀ ਕਿ ਇਹ ਵੀ ਤੁਹਾਡੀਆਂ ਮੰਗਾਂ ਦੇ ਵਿੱਚੋਂ ਇੱਕ ਹੈ ਕਿ ਹੁਣ ਸਿਲੇਬਸ ਕਿਹੜੇ ਰਾਈਟਰ ਦਾ ਲਾਇਆ ਜਾਊਗਾ, ਕੌਣ ਉਹਨੂੰ ਤਿਆਰ ਕਰੂਗਾ, ਇਹ ਵੀ ਤੁਹਾਡੀ ਮੰਗ ਦੇ ਵਿੱਚ ਹੈ? ਬਿਲਕੁਲ ਵੀ ਭਾਜੀ, ਇਹ ਤਾਂ ਬਹੁਤ ਜ਼ਰੂਰੀ ਹੈ ਨਾ ਵੀ ਇਹ ਥੋੜ੍ਹਾ ਵੀ ਅਸੀਂ ਹੁਣ ਬੰਦ ਤਾਂ ਕਰਵਾਤੀਆਂ। ਜਿਹੜਾ ਗਲਤ ਇਤਿਹਾਸ ਸੀ ਉਹ ਤਾਂ ਅਸੀਂ ਬੰਦ ਕਰਵਾਤਾ, ਸਰਕਾਰ ਨੇ ਕਰਤਾ, ਪਰ ਪੜ੍ਹਾਉਣਾ ਕੀ ਅੱਗੇ ਬੱਚਿਆਂ ਨੂੰ?
ਇਹ ਥੋੜਾ ਵੀ ਬੱਚੇ ਹੁਣ ਸਕੂਲਾਂ 'ਚ ਸਕੂਲ ਖੁੱਲੇ ਨੇ, ਸਕੂਲ ਚਾਲੂ ਨੇ ਤੇ ਬੱਚੇ ਹੁਣ ਉੱਥੇ ਕਿਤਾਬਾਂ ਹੀ ਨਾ ਹੋਈਆਂ ਬੱਚਿਆਂ ਕੋਲ ਤੋਂ ਪੜ੍ਹਨ। ਸਿੱਖਿਆ ਬੋਰਡ ਦੇ ਆਲਾ ਮੇਰੀ ਸੂਤਰ ਦੱਸਦੇ ਨੇ ਕਿ 3 ਸਾਲਾਂ ਤੋਂ ਇਤਿਹਾਸ ਦੀਆਂ ਕਿਤਾਬਾਂ ਦਾ ਖਰੜਾ ਹੀ ਤਿਆਰ ਨਹੀਂ ਹੋ ਸਕਿਆ, ਜਿਸ ਕਰਕੇ ਛਪਾਈ ਦਾ ਕੰਮ ਵੀ ਖਟਾਈ ਦੇ ਵਿੱਚ ਪੈ ਗਿਆ। ਯਾਨੀ ਕਿ 3 ਸਾਲਾਂ ਤੋਂ ਇਹ ਹੁਕਮ, ਇਹ ਨਿਰਦੇਸ਼ ਮਿਲੇ ਹੋਏ ਨੇ ਕਿ ਇਤਿਹਾਸ ਦੀਆਂ ਕਿਤਾਬਾਂ ਦਾ ਖਰੜਾ ਤਿਆਰ ਕੀਤਾ ਜਾਵੇ, ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇ। ਪਰ ਬੜੀ ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਇੰਨਾ ਹੀ ਗੰਭੀਰਤਾ ਦੇ ਨਾਲ ਲਿਆ ਜਾਂਦਾ ਹੈ। ਇੱਥੇ ਕਿਸ ਚੀਜ਼ ਦੀ ਘਾਟ ਹੈ ਕਿ ਕਿਤਾਬਾਂ ਦੀ ਛਪਾਈ ਨਹੀਂ ਹੋ ਪਾ ਰਹੀ। ਪਹਿਲਾਂ ਤਾਂ ਲੰਘੇ ਸਾਲ ਦੌਰਾਨ ਨਵੀਆਂ ਕਿਤਾਬਾਂ ਦੀ ਛਪਾਈ ਦੇ ਚਰਚੇ ਸਨ, ਪਰ ਬੋਰਡ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਵਿਰੋਧ ਨੂੰ ਭਾਂਪਦਿਆਂ ਕਿਤਾਬਾਂ ਦੀ ਤਿਆਰੀ ਦਾ ਕੰਮ ਰੋਕ ਲਿਆ। ਚੋਣਾਂ ਦਾ ਕੰਮ ਖਤਮ ਹੋ ਚੁੱਕਿਆ, ਨਵੀਂ ਸਰਕਾਰ ਵੀ ਬਣ ਚੁੱਕੀ ਹੈ, ਪਰ ਕਿਤਾਬਾਂ ਦੀ ਛਪਾਈ ਦਾ ਕੰਮ ਸ਼ੁਰੂ ਨਹੀਂ ਹੋਏਗਾ ਤੇ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲਣਗੀਆਂ, ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ। ਮੰਨਿਆ ਜਾ ਰਿਹਾ ਕਿ ਤਤਕਾਲੀ ਸਰਕਾਰ ਦੇ ਵੱਲੋਂ ਬਣਾਈ ਇਤਿਹਾਸਕਾਰਾਂ ਦੀ ਕਮੇਟੀ ਪਹਿਲੀਆਂ ਕਿਤਾਬਾਂ ਦੇ ਵਿੱਚ ਰਹਿ ਗਈਆਂ ਤਰੁੱਟੀਆਂ ਦੀ ਘੋਖ ਪੜਤਾਲ ਕਰਕੇ 2022 ਵਿੱਚ ਸੋਧੇ ਹੋਏ ਖਰੜੇ ਨੂੰ ਕਿਤਾਬੀ ਰੂਪ ਦੇ ਵਿੱਚ ਪੇਸ਼ ਕਰੇਗੀ। ਪਰ ਇਸ ਵਾਰੀ ਕਿਤਾਬਾਂ ਦਾ ਕੰਮ ਬਿਨਾਂ ਸ਼ੱਕ ਲਟਕ ਕੇ ਰਹਿ ਗਿਆ ਹੈ। ਤੇ ਹੁਣ ਤੁਹਾਨੂੰ ਇਸ ਮਸਲੇ ਬਾਰੇ ਅਸੀਂ ਜ਼ਰੂਰੀ ਜਾਣਕਾਰੀ ਵੀ ਦੇ ਦਿੰਨੇ ਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ, ਜਿਸ ਦਾ ਗਠਨ 1969 ਵਿੱਚ ਹੋਇਆ ਸੀ, ਬੋਰਡ ਦੇ ਵੱਲੋਂ ਕਿਤਾਬਾਂ ਦੀ ਤਿਆਰੀ ਲਈ ਐਕੈਡਮਿਕ ਅਤੇ ਯੋਜਨਾ ਸ਼ਾਖਾ ਬਣਾਈ ਗਈ ਸੀ। ਪਰ ਇਸ ਦੀ ਹਾਲਤ ਇੰਨੀ ਕੁ ਤਰਸਯੋਗ ਹੈ ਕਿ ਸਿਰਫ 7 ਵਿਸ਼ਾ ਮਾਹਿਰਾਂ ਦੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਸਿਰਫ 7 ਸਬਜੈਕਟ ਹੀ ਤੁਸੀਂ ਦੇਖ ਲਓ ਕਿ ਕਿੰਨੇ ਹੁੰਦੇ ਨੇ, 7 ਤਾਂ ਹੁੰਦੇ ਨੇ, 7 ਤੋਂ ਕਿਤੇ ਵੱਧ ਹੁੰਦੇ ਨੇ। ਇਸ ਤੋਂ ਪਹਿਲਾਂ ਵਿਸ਼ਾ ਮਾਹਿਰਾਂ ਦੀ ਗਿਣਤੀ 3 ਦਰਜਨ ਦੇ ਕਰੀਬ ਹੁੰਦੀ ਸੀ। ਸਮੇਂ ਦੇ ਨਾਲ ਸਕੂਲ ਬੋਰਡ ਦੀਆਂ ਕਿਤਾਬਾਂ ਨਾਲ ਸੰਬੰਧਿਤ ਪੰਜਾਬੀ ਸੈੱਲ ਤੇ ਆਰਟਸ ਸੈੱਲ ਦਾ ਭੋਗ ਪੈ ਗਿਆ। ਵਿਸ਼ਾ ਮਾਹਿਰਾਂ ਦੀ ਅਣਹੋਂਦ ਕਾਰਨ ਕਿਤਾਬਾਂ ਲਿਖਣ ਦੀ ਜ਼ਿੰਮੇਵਾਰੀ ਸਕੂਲ ਅਧਿਆਪਕਾਂ ਨੂੰ ਦਿੱਤੀ ਜਾਂਦੀ ਹੈ, ਜਿਸ ਕਰਕੇ ਕਿਤਾਬਾਂ ਸਮੇਂ ਸਿਰ ਛਪਣ ਤੋਂ ਖੁੰਝ ਵੀ ਜਾਂਦੀਆਂ ਨੇ ਤੇ ਕਿਤਾਬਾਂ ਦੇ ਉੱਤੇ ਕਿੰਤੂ ਪ੍ਰੰਤੂ ਜਿਹੜੇ ਉੱਠਦੇ ਨੇ, ਉਹਨਾਂ ਤੇ ਜ਼ਿੰਮੇਵਾਰੀ ਲੈਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਤਾਬਾਂ ਨੇ ਜਿਹੜੀਆਂ ਉਹ ਅਧਿਆਪਕਾਂ ਨੂੰ ਹੀ ਦੇ ਦਿੱਤੀਆਂ ਜਾਂਦੀਆਂ ਨੇ ਛਾਪਣ ਦੇ ਵਾਸਤੇ, ਲਿਖਣ ਦੇ ਵਾਸਤੇ। ਤੇ ਸੋਚ ਸਕਦੇ ਹਾਂ ਆਪਾਂ ਕਿ ਕਿਸ ਹੱਦ ਤੱਕ ਉਹਦੇ ਵਿੱਚ ਗਲਤੀਆਂ ਹੁੰਦੀਆਂ ਹੋਣਗੀਆਂ। ਸਕੂਲ ਬੋਰਡ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ 1100 ਹੈ, ਜਦਕਿ 1600 ਰਿਟਾਇਰ ਹੋ ਚੁੱਕੇ ਨੇ। ਮੁਲਾਜ਼ਮਾਂ ਦੀ ਪੈਨਸ਼ਨ, ਮੁਲਾਜ਼ਮਾਂ ਦੀ ਤਨਖਾਹ ਉੱਤੇ 10 ਕਰੋੜ 5 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਨੇ 12ਵੀਂ ਤੱਕ ਦੀ ਪੜ੍ਹਾਈ ਮੁਫਤ ਕਰ ਦਿੱਤੀ ਸੀ। ਤੇ ਮੁਫਤ ਪੜ੍ਹਾਈ ਦਾ ਮਤਲਬ ਇਹ ਨਹੀਂ ਕਿ ਬੱਚਿਆਂ ਨੂੰ ਤੁਸੀਂ ਜੋ ਮਰਜ਼ੀ ਕੂੜਾ ਕਬਾੜਾ ਪੜ੍ਹਾਈ ਜਾਓ। ਬੱਚਿਆਂ ਦੀਆਂ ਕਿਤਾਬਾਂ, ਬੱਚਿਆਂ ਦਾ ਸਿਲੇਬਸ ਤਿਆਰ ਕਰਨ ਦੇ ਲਈ ਇੱਕ ਮਾਹਿਰਾਂ ਦੀ ਖਾਸ ਕਮੇਟੀ ਹੋਣੀ ਚਾਹੀਦੀ ਹੈ। ਜੇ ਇਤਿਹਾਸ ਦੀ ਕਿਤਾਬ ਹੈ ਤਾਂ ਉਹਦੇ ਲਈ ਇਤਿਹਾਸ ਦੇ ਵਿਦਵਾਨਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ ਅਤੇ ਇਹ ਜਿਹੜਾ ਕੰਮ ਹੈ ਉਹ ਉਸ ਵਿਦਵਾਨ ਨੂੰ, ਉਸ ਮਾਹਿਰ ਨੂੰ ਸੌਂਪਿਆ ਜਾਣਾ ਚਾਹੀਦਾ ਜਿਹੜਾ ਸਿਰਫ ਤੇ ਸਿਰਫ ਇਸੇ ਕੰਮ ਨੂੰ ਸਮਰਪਿਤ ਹੋਵੇ। ਖੈਰ, ਆਪਾਂ ਮੁਫਤ ਪੜ੍ਹਾਈ ਦੀ ਗੱਲ ਕਰ ਰਹੇ ਸੀ ਕਿ ਮੁਫਤ ਪੜ੍ਹਾਈ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਤੁਸੀਂ ਪੜ੍ਹਾਈ ਜਾਓ। 12ਵੀਂ ਤੱਕ ਦੀ ਪੜ੍ਹਾਈ ਮੁਫਤ ਕਰ ਦਿੱਤੀ ਗਈ ਹੈ ਹੁਣ, ਤੇ ਇਸ ਤੋਂ ਪਹਿਲਾਂ 8ਵੀਂ ਤੱਕ ਸਭ ਲਈ ਤੇ 12ਵੀਂ ਤੱਕ ਲੜਕੀਆਂ ਦੇ ਲਈ ਪੜ੍ਹਾਈ ਮੁਫਤ ਕੀਤੀ ਗਈ ਸੀ। ਪਰ ਕਾਂਗਰਸ ਨੇ 12ਵੀਂ ਤੱਕ ਸਭ ਦੇ ਲਈ ਪੜ੍ਹਾਈ ਮੁਫਤ ਕਰ ਦਿੱਤੀ ਹੈ ਸਰਕਾਰੀ ਸਕੂਲਾਂ ਦੇ ਵਿੱਚ। ਸਰਕਾਰ ਦੇ ਨਵੇਂ ਫੈਸਲੇ ਨਾਲ ਬੋਰਡ ਦਾ ਕੰਮ ਵੱਧ ਗਿਆ, ਜਦਕਿ ਸਟਾਫ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ, ਯਾਨੀ ਕਿ ਸਟਾਫ ਉਹਨਾਂ ਨਹੀਂ ਰੱਖਿਆ ਜਾ ਰਿਹਾ ਤੇ ਵਿਦਿਆਰਥੀਆਂ ਦੀ ਗਿਣਤੀ ਹੈ ਜਿਹੜੀ ਉਹ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਨਾਲੋਂ ਵਧੀ ਹੈ। ਸਕੂਲ ਬੋਰਡ ਸਿਰਫ ਪਹਿਲੀ ਤੋਂ ਲੈ ਕੇ 12ਵੀਂ ਤੱਕ 134 ਵਿਸ਼ਿਆਂ ਦਾ ਸਿਲੇਬਸ ਤੇ ਕਿਤਾਬਾਂ ਤਿਆਰ ਕਰਨ ਦੀ ਜ਼ਿੰਮੇਵਾਰੀ ਹੈ। 134 ਵਿਸ਼ੇ ਅਤੇ ਜਿਹੜੇ ਵਿਸ਼ਾ ਮਾਹਿਰ ਉਹ ਕਿੰਨੇ ਨੇ? ਸਿਰਫ 7। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਸਿੱਖਿਆ ਦੇ ਖੇਤਰ ਵਿੱਚ? ਤੇ ਕਿਤਾਬਾਂ ਲੇਟ ਜਾਂ ਫਿਰ ਕਿਤਾਬਾਂ ਨਾ ਛਪਣ ਕਰਕੇ ਬਹੁਤੀ ਵਾਰੀ ਪ੍ਰਾਈਵੇਟ ਪਬਲਿਸ਼ਰ ਨੇ ਜਿਹੜੇ ਉਹ ਆਪਣੇ ਪੱਧਰ ਤੇ ਕਿਤਾਬਾਂ ਛਾਪ ਕੇ ਹੱਥ ਰੰਗ ਲੈਂਦੇ ਨੇ ਅਤੇ ਇਸ ਚੀਜ਼ ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ, ਨਾ ਸਰਕਾਰ ਦਾ ਕੰਟਰੋਲ ਹੈ, ਨਾ ਹੀ ਬੋਰਡ ਦਾ ਕੰਟਰੋਲ ਹੈ। ਦੂਸਰੇ ਪਾਸੇ ਬੱਚਿਆਂ ਨੂੰ ਵੀ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਕੁੰਜੀਆਂ ਪੜ੍ਹਨ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਕਿਉਂਕਿ ਕਿਤਾਬਾਂ ਤਾਂ ਮਿਲਦੀਆਂ ਹੀ ਨਹੀਂ। ਪਿੱਛੇ ਆਪਾਂ ਐਕੈਡਮਿਕ ਸਾਲ 2017-18 ਦੇ ਵਿੱਚ ਚੱਲ ਪਈਏ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਲੀ ਵਾਰੀ 12ਵੀਂ ਜਮਾਤ ਨਾਲ ਸੰਬੰਧਿਤ ਇਤਿਹਾਸ ਵਿਸ਼ੇ ਦੀ ਪਾਠ ਪੁਸਤਕ ਆਪ ਪ੍ਰਕਾਸ਼ਿਤ ਕਰਵਾਈ ਸੀ। ਇਸ ਤੋਂ ਪਹਿਲਾਂ ਬੋਰਡ ਹੈ ਜਿਹੜਾ ਉਹ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਪੜਵਾਉਣ ਦੀ ਹੀ ਪ੍ਰਵਾਨਗੀ ਦਿੰਦਾ ਰਿਹਾ ਅਤੇ ਇਹ ਜਿਹੜੀਆਂ ਡੀਲਸ ਹੁੰਦੀਆਂ ਨੇ, ਜਿਹੜੇ ਸਮਝੌਤੇ ਹੁੰਦੇ ਨੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਕਿਤਾਬਾਂ ਛਪਵਾਉਣ ਦੇ ਅਤੇ ਉਹਨਾਂ ਦੇ ਵਿੱਚ ਵਿਚਾਲੇ ਜਿਹੜੇ ਵਿਚੋਲੇ ਨੇ ਉਹ ਕਿੰਨੇ ਕੁ ਪੈਸੇ ਖਾਂਦੇ ਨੇ, ਕਿੰਨਾ ਕੁ ਕਮਿਸ਼ਨ ਖਾਂਦੇ ਨੇ, ਇਹ ਆਪਾਂ ਸਾਰੇ ਜਾਣਦੇ ਹਾਂ। ਇਕੱਲੇ ਇਸ ਕੰਮ ਦੇ ਵਿੱਚ ਨਹੀਂ, ਸਾਡੇ ਮੁਲਕ ਦੇ ਵਿੱਚ ਹਰੇਕ ਕੰਮ ਦੇ ਵਿੱਚ ਜਿਹੜੇ ਵਿਚਾਲੇ ਕੰਮ ਕਰਾਉਣ ਵਾਲੇ ਲੋਕ ਹੁੰਦੇ ਨੇ ਉਹ ਬੜੀਆਂ ਕੁੰਡੀਆਂ ਲਾਉਂਦੇ ਨੇ। ਤੇ ਜਿਹੜੀਆਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਨੇ ਇਹ ਉਹੀ ਕਿਤਾਬਾਂ ਨੇ ਜਿਨ੍ਹਾਂ ਉੱਤੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਧਰਨਾਕਾਰੀਆਂ ਦੇ ਵੱਲੋਂ ਪਾਬੰਦੀ ਲਗਵਾਈ ਗਈ ਹੈ।
हैरानी ਦੀ ਗੱਲ ਤਾਂ ਇਹ ਹੈ ਕਿ ਕਈ 100 ਕਰੋੜ ਦੇ ਬਜਟ ਵਾਲੇ ਬੋਰਡ ਨੇ ਦਹਾਕਿਆਂ ਬਾਅਦ ਸਿਲੇਬਸ ਦੇ ਵਿੱਚ ਬਦਲਾਅ ਕੀਤਾ। ਪਹਿਲੀ ਵਾਰ ਕਿਤਾਬਾਂ ਛਾਪੀਆਂ ਜਾਣੀਆਂ ਸੀ, ਪਰ ਇਹਦੇ ਵਿੱਚੋਂ ਵੀ ਸਕੂਲ ਬੋਰਡ ਨੇ ਸਿੱਖ ਤੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਜਿਹੜੇ ਚੈਪਟਰ ਸੀ ਉਹ ਕੱਟ ਦਿੱਤੇ ਸੀ, ਜਿਸ ਤੇ ਸਿੱਖ ਜਥੇਬੰਦੀਆਂ ਸਮੇਤ ਐਸਜੀਪੀਸੀ ਮੈਂਬਰਾਂ ਤੇ ਅਕਾਲੀ ਦਲ ਨੇ ਵੀ ਇਤਰਾਜ਼ ਜਤਾਇਆ ਸੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਬਲਦੇਵ ਸਿੰਘ ਸਿਰਸਾ ਐਸਜੀਪੀਸੀ ਦੇ ਪ੍ਰਬੰਧ ਹੇਠ ਛਾਪੀਆਂ ਜਾਂਦੀਆਂ ਕਿਤਾਬਾਂ ਤੇ ਵੀ ਸਵਾਲ ਚੁੱਕਦੇ ਨੇ। ਇਸ ਦਰਮਿਆਨ ਬੋਰਡ ਦੇ ਅਧਿਕਾਰੀਆਂ ਦੀ ਦਲੀਲ ਸੀ ਕਿ 11ਵੀਂ ਤੇ 12ਵੀਂ ਦੇ ਪਾਠਕ੍ਰਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। 11ਵੀਂ ਦੇ ਵਿੱਚ ਸਿੱਖ ਇਤਿਹਾਸ ਪੜਾਇਆ ਜਾਊਗਾ, ਜਦਕਿ 12ਵੀਂ ਦੇ ਵਿੱਚ ਭਾਰਤ ਦਾ ਇਤਿਹਾਸ ਪੜਾਉਣ ਦੀ ਗੱਲ ਕਹੀ ਗਈ ਸੀ। ਪੰਜਾਬ ਤੇ ਸਿੱਖਾਂ ਦੇ ਨਾਲ ਤੇ ਰੱਖਣ ਵਾਲੇ ਜਾਗਰੂਕ ਲੋਕਾਂ ਨੂੰ ਬੋਰਡ ਦਾ ਤਰਕ ਹਜ਼ਮ ਨਹੀਂ ਹੋਇਆ ਤਾਂ ਭਾਰੀ ਵਿਰੋਧ ਸ਼ੁਰੂ ਹੋ ਗਿਆ ਸੀ। ਮਸਲਾ ਨਾਜ਼ੁਕ ਹੋਣ ਤੋਂ ਬਚਾਉਣ ਦੇ ਲਈ ਸਕੂਲ ਬੋਰਡ ਨੇ ਹਜ਼ਾਰਾਂ ਦੇ ਵਿੱਚ ਤਿਆਰ ਕੀਤੀਆਂ ਗਈਆਂ ਕਿਤਾਬਾਂ ਜ਼ਿਲ੍ਹਾ ਡਿਪੂਆਂ ਦੇ ਉੱਤੇ ਹੀ ਰੋਕ ਲਈਆਂ। ਪੰਜਾਬ ਸਰਕਾਰ ਵੱਲੋਂ ਉਸ ਵੇਲੇ ਵੀ ਮਾਮਲੇ ਦੀ ਜਾਂਚ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਮਰਹੂਮ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਨੇ ਕੀਤੀ। ਮਰਹੂਮ ਇਸ ਕਰਕੇ ਕਿਉਂਕਿ ਇਸ ਦੁਨੀਆ ਦੇ ਵਿੱਚ ਅੱਜ ਉਹ ਨਹੀਂ ਰਹੇ। ਉਹਨਾਂ ਦੇ ਦੇਹਾਂਤ ਦੇ ਨਾਲ ਹੀ ਇਹ ਕੰਮ ਠੰਡੇ ਬਸਤੇ ਵਿੱਚ ਪੈ ਗਿਆ ਸੀ ਤੇ ਹੁਣ ਨਵੀਂ ਕਮੇਟੀ ਦੀ ਅਗਵਾਈ ਜੀਐਸ ਗਰੇਵਾਲ ਕਰ ਰਹੇ ਨੇ। ਨਵੀਂ ਕਮੇਟੀ ਇਸ ਰਿਪੋਰਟ ਨੂੰ ਕਦੋਂ ਬੰਨੇ ਲਾਏਗੀ ਨਾ ਬੋਰਡ ਨੂੰ ਪਤਾ ਹੈ ਤੇ ਨਾ ਹੀ ਸਰਕਾਰ ਨੂੰ। ਤੇ ਸਾਰਾ ਜੋ ਆਪਾਂ ਪਿਛਲਾ ਤੁਹਾਨੂੰ ਇਹ ਸਾਰਾ ਸੁਣਾਇਆ ਹੈ, ਸਾਰੀ ਜਾਣਕਾਰੀ ਦਿੱਤੀ ਹੈ, ਇਹ ਵੀ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਹੀ ਵਾਪਰਿਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ। ਸਰਕਾਰ ਬਣੀ ਸੀ ਜਦੋਂ ਇਹ ਸਾਰਾ ਕੁਝ ਹੋ ਗਿਆ ਸੀ। ਸਕੂਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਕਹਿੰਦੇ ਨੇ ਕਿ ਪਾਠ ਪੁਸਤਕਾਂ ਦਾ ਖਰੜਾ ਤਿਆਰ ਕਰਕੇ ਮੰਤਰੀ ਮੰਡਲ ਅੱਗੇ ਪ੍ਰਵਾਨਗੀ ਲਈ ਰੱਖਿਆ ਜਾਊਗਾ। ਉਹਨਾਂ ਕਿਹਾ ਕਿ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਹੀ ਕਿਤਾਬਾਂ ਦੀ ਛਪਾਈ ਹੋਏਗੀ। ਬੋਰਡ ਨੇ ਇਤਿਹਾਸ ਵਿਸ਼ੇ ਦੀਆਂ ਕਿਤਾਬਾਂ 2023-24 ਦੇ ਵਿੱਚ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਹੈ ਤਾਂ ਜੋ ਮੁੜ ਵਿਵਾਦਾਂ ਤੋਂ ਬਚਿਆ ਜਾ ਸਕੇ। ਸਕੂਲ ਬੋਰਡ ਦੇ ਵਿੱਚ ਵਿਸ਼ੇ ਮਾਹਿਰਾਂ ਦੀ ਘਾਟ ਜਾਂ ਸਰੋਤਾਂ ਦਾ ਬਹਾਨਾ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਰਿਹਾ ਹੈ। ਸਰਕਾਰਾਂ ਨੂੰ ਸਮੇਂ ਸਿਰ ਕਿਤਾਬਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਨੇ, ਨਹੀਂ ਤਾਂ ਸਾਡੇ ਬੱਚੇ ਦੂਸਰੇ ਸੂਬਿਆਂ ਦੇ ਨਾਲੋਂ ਹਰ ਖੇਤਰ ਦੇ ਵਿੱਚ ਪਛੜ ਕੇ ਰਹਿ ਜਾਣਗੇ। ਤੇ ਬਹੁਤ ਹੀ ਗਲਤ ਹੈ ਕਿ ਜੇ ਪੜਨ ਵਾਲੇ ਬੱਚੇ, ਕਿਉਂਕਿ ਹਮੇਸ਼ਾ ਆਪਾਂ ਕਹਿੰਦੇ ਹਾਂ ਸੁਣਦੇ ਹਾਂ ਕਿ ਬੱਚੇ ਖਾਲੀ ਭਾਂਡੇ ਹੁੰਦੇ ਨੇ, ਉਹਨਾਂ ਦੇ ਉਸ ਭਾਂਡੇ ਦੇ ਅੰਦਰ ਜੋ ਕੁਝ ਵੀ ਤੁਸੀਂ ਪਾ ਦਿਓਗੇ ਉਹ ਉਸਨੇ ਆਪਣੇ ਅੰਦਰ ਸਮਾ ਲੈਣਾ। ਤੇ ਵਿਦਿਆਰਥੀਆਂ ਨੂੰ ਪੜਾਉਣ ਦੇ ਵਿੱਚ ਕੋਈ ਵੀ ਬੇਈਮਾਨੀ, ਕੋਈ ਵੀ ਜਿਹੜੀ ਉਹਨਾਂ ਨੂੰ ਪੜਾਉਣ ਦੀ ਇਮਾਨਦਾਰੀ ਦੇ ਵਿੱਚ ਕੋਈ ਗਨੀਮਤ ਨਹੀਂ ਹੋਣੀ ਚਾਹੀਦੀ। ਚਾਹੇ ਤੁਸੀਂ ਉਹਨਾਂ ਨੂੰ ਇਤਿਹਾਸ ਪੜਾ ਰਹੇ ਹੋ, ਚਾਹੇ ਤੁਸੀਂ ਪੰਜਾਬ ਦਾ ਸੱਭਿਆਚਾਰ ਜਾਂ ਫਿਰ ਪੌਣ ਪਾਣੀ ਜਲਵਾਯੂ ਭਾਰਤ ਦਾ ਇਤਿਹਾਸ ਪੜਾ ਰਹੇ ਹੋ, ਕੋਈ ਵੀ ਚੀਜ਼ ਗਲਤ ਨਹੀਂ ਪੜਾਈ ਜਾਣੀ ਚਾਹੀਦੀ ਹੈ। ਇੱਕ ਬਹੁਤ ਵੱਡਾ ਧੋਖਾ ਹੈ ਵਿਦਿਆਰਥੀਆਂ ਦੇ ਨਾਲ, ਕਿਉਂਕਿ ਉਹਨਾਂ ਨੇ ਜੋ ਪਹਿਲੀ ਵਾਰੀ ਪੜਿਆ ਉਸ ਨੂੰ ਉਹਨਾਂ ਨੇ ਸੱਚ ਕਰਕੇ ਮੰਨਣਾ ਹੈ। ਤੇ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਹੁੰਦੀਆਂ ਨੇ ਉਹਨਾਂ ਤੇ ਤਾਂ ਬੱਚੇ ਅਤੇ ਮਾਪੇ ਵੀ ਅੱਖਾਂ ਬੰਦ ਕਰਕੇ ਯਕੀਨ ਕਰਦੇ ਨੇ, ਪਰ ਇਹ ਤਰਾਸਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਨਾਲ, ਸਿੱਖਾਂ ਦੇ ਇਤਿਹਾਸ ਦੇ ਨਾਲ ਇਸ ਵੱਡੇ ਪੱਧਰ ਤੇ ਛੇੜਛਾੜ ਕੀਤੀ ਜਾ ਰਹੀ ਹੈ। ਇਸ ਛੇੜਛਾੜ ਦੇ ਪਿੱਛੇ ਸਾਜ਼ਿਸ਼ ਕਿਸ ਦੀ ਹੈ, ਇਸ ਬਾਰੇ ਵੀ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਨੇ ਮੋਰਚਾ ਜਿੱਤਿਆ ਹੈ ਉਹ ਸਾਨੂੰ ਦੱਸਿਆ। ਮੋਰਚਾ ਭਾਵੇਂ ਜਿੱਤ ਲਿਆ ਗਿਆ, ਕਿਤਾਬਾਂ ਬੈਨ ਹੋ ਗਈਆਂ ਨੇ, ਪਰ ਕਿੰਨਾ ਚੰਗਾ ਹੁੰਦਾ ਕਿ ਜੇ ਸਹੀ ਕਿਤਾਬਾਂ, ਨਵੀਆਂ ਕਿਤਾਬਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ। ਉਹੀ ਬਾਹਮਣੀ ਸੋਚ ਜਿਹੜੀ ਸ਼ੁਰੂ ਤੋਂ ਲੈ ਕੇ ਗੁਰੂ ਕਾਲ ਸਮੇਂ ਤੋਂ ਲੈ ਕੇ ਅੱਜ ਤੱਕ ਕਰਦੀ ਆ ਰਹੀ ਆ, ਉਹਨਾਂ ਨੂੰ ਇੱਕ ਚੀਜ਼ ਤੋਂ ਖਤਰਾ ਹੈ ਕਿ ਇਹ ਪੰਜਾਬ ਦੇ ਲੋਕ ਜਿਹੜੇ ਨੇ, ਇਹਨਾਂ ਨੇ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਉਸ ਤੋਂ ਬਾਅਦ ਦਿੱਲੀ ਦੀ ਪ੍ਰਧਾਨ ਮੰਤਰੀ, ਮਹਿਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਹਨੇ ਅਕਾਲ ਤਖਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਉਸ ਤੋਂ ਬਾਅਦ ਆ ਦਿੱਲੀ ਤਖਤ ਤੇ ਹੁਣ ਵਾਲਾ ਬੈਠਾ ਜਿਹੜਾ, ਇਹਨੇ ਵੀ ਜਦੋਂ ਕਾਲੇ ਕਾਨੂੰਨ ਲਿਆਂਦੇ ਤੇ ਇਹਨਾਂ ਦੇ ਖਿਲਾਫ ਜੇਕਰ ਡਟੇ ਨੇ ਤੇ ਉਹ ਪੰਜਾਬ ਦੇ ਲੋਕ ਨੇ। ਤੇ ਪੰਜਾਬ ਦੇ ਇਤਿਹਾਸ ਨੂੰ ਜਿਹੜਾ ਖਤਮ ਕਰ ਦਿਓ ਤੇ ਇਹ ਅੱਗੇ ਬੱਚੇ ਪੜ੍ਹ ਹੀ ਨਾ ਸਕਣਗੇ। ਤੇ ਇਸ ਕਰਕੇ ਇਹ ਜਿਹੜਾ ਬੜਾ ਵੱਡਾ ਇੱਕ ਖਤਰਾ, ਜਿਸ ਕਰਕੇ ਇਹ ਸਾਰਾ ਕੁਝ ਕੀਤਾ। ਸੋ ਜਿਹੇ ਮਾਹੌਲ ਦੇ ਵਿੱਚ ਇਤਿਹਾਸ ਦੇ ਬੱਚਿਆਂ ਨੂੰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਅਸੀਂ ਕੀ ਕਹੀਏ, ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ। ਪ੍ਰਾਈਮ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।